ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ट्रंप इमीग्रेशन कार्रवाई 2035 तक 15 मिलियन कामियां ਨੂੰ ਖਤਮ ਕਰ ਸਕਦੀ ਹੈ। ਆਈਸ ਵਾਲਿਆਂ ਨੇ ਕਾਬੂ ਕੀਤਾ ਇੱਕ ਹੋਰ ਪੰਜਾਬੀ। ਅਮਰੀਕਾ ਵਿੱਚੋਂ ਹਜ਼ਾਰਾਂ ਪੰਜਾਬੀਆਂ ਨੇ ਵਾਪਸ ਜਾਣ ਦੀ ਕੀਤੀ ਤਿਆਰੀ। ਅਮਰੀਕਾ ਨੇ ਨਸ਼ੀਲੇ ਪਦਾਰਥਾਂ ਨਾਲ ਭਰੀ ਪਣਡੁੱਬੀ ਨੂੰ ਕਰ ਦਿੱਤਾ ਤਬਾਹ। ਟਰੰਪ ਵਿਰੁੱਧ ਸੜਕਾਂ ਤੇ ਉਤਰੇ ਅਮਰੀਕੀ। ਅਮਰੀਕਾ ਨੇ ਹਮਾਸ ਨੂੰ ਦਿੱਤੀ ਸਖਤ ਚੇਤਾਵਨੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਜਾਰੀ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਦੀਆਂ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਨੀਤੀਆਂ ਅਗਲੇ ਦਹਾਕੇ ਵਿੱਚ ਦੇਸ਼ ਦੇ ਕਾਰਜਬਲ ਵਿੱਚ 15 ਮਿਲੀਅਨ ਦੀ ਕਮੀ ਲਿਆ ਦੇਣਗੀਆਂ। ਗੈਰ ਕਾਨੂੰਨੀ ਅਤੇ ਕਾਨੂੰਨੀ ਇਮੀਗ੍ਰੇਸ਼ਨ ਤੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ 2028 ਤੱਕ ਸੰਯੁਕਤ ਰਾਜ ਵਿੱਚ ਕਾਮਿਆਂ ਦੀ ਅਨੁਮਾਨਿਤ ਗਿਣਤੀ ਨੂੰ 6.8 ਮਿਲੀਅਨ ਅਤੇ 2035 ਤੱਕ 15.7 ਮਿਲੀਅਨ ਘਟਾ ਦੇਣਗੀਆਂ ਅਤੇ ਆਰਥਿਕ ਵਿਕਾਸ ਦੀ ਸਾਲਾਨਾ ਦਰ ਨੂੰ ਲਗਭਗ 1/3 ਘਟਾ ਦੇਣਗੀਆਂ, ਜਿਸ ਨਾਲ ਅਮਰੀਕੀ ਜੀਵਨ ਪੱਧਰ ਨੂੰ ਨੁਕਸਾਨ ਹੋਵੇਗਾ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਨੇ ਵਾਈਟ ਹਾਊਸ ਦੀ ਅਗਵਾਈ ਦੇ ਵਿੱਚ ਦੇਸ਼ ਨਿਕਾਲੇ ਦੇ ਯਤਨਾਂ ਦੇ ਆਪਣੇ ਵਿਸ਼ਲੇਸ਼ਣ ਵਿੱਚ ਇਹ ਲਿਖਿਆ ਹੈ। ਖੋਜ ਸੰਗਠਨ ਨੇ ਕਿਹਾ ਕਿ ਨਵੀਆਂ ਪ੍ਰਵਾਸੀ ਨੀਤੀਆਂ ਅਗਲੇ 10 ਸਾਲਾਂ ਦੌਰਾਨ ਸੰਘੀ ਕਰਜ਼ੇ ਵਿੱਚ 1.74 ਟ੍ਰਿਲੀਅਨ ਡਾਲਰ ਦਾ ਮਹੱਤਵਪੂਰਨ ਵਾਧਾ ਕਰਨਗੀਆਂ ਅਤੇ ਕੁੱਲ ਘਰੇਲੂ ਉਤਪਾਦ ਯਾਨੀ ਕਿ GDP ਨੂੰ 12.1 ਟ੍ਰਿਲੀਅਨ ਡਾਲਰ ਘਟਾ ਦੇਣਗੀਆਂ। ਸੋ ਕਾਨੂੰਨੀ ਇਮੀਗ੍ਰੇਸ਼ਨ ਵਿੱਚ ਕਟੌਤੀਆਂ ਵਿੱਚ ਸ਼ਰਨਾਰਥੀ ਦਾਖਲਿਆਂ ਨੂੰ ਮੁਅੱਤਲ ਕਰਨਾ ਅਤੇ ਘਟਾਉਣਾ, 2025 ਵਿੱਚ ਲਾਗੂ ਕੀਤੀ ਗਈ ਯਾਤਰਾ ਪਾਬੰਦੀ, ਅਸਥਾਈ ਸੁਰੱਖਿਅਤ ਸਥਿਤੀ ਅਤੇ ਮਾਨਵਤਾਵਾਦੀ ਪੈਰੋਲ ਪ੍ਰੋਗਰਾਮਾਂ ਨੂੰ ਖਤਮ ਕਰਨਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੋਰਸ ਵਰਕ ਪੂਰਾ ਕਰਨ ਤੋਂ ਬਾਅਦ ਵਿਕਲਪਿਕ ਪ੍ਰੈਕਟੀਕਲ ਸਿਖਲਾਈ ਅਤੇ STM OPT ਤੇ ਕੰਮ ਕਰਨ ਤੋਂ ਵਰਜਿਤ ਕਰਨਾ ਅਤੇ ਕਾਨੂੰਨੀ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਲਈ ਇੱਕ ਉਮੀਦ ਕੀਤੀ ਜਨਤਕ ਚਾਰਜ ਨਿਯਮ ਵਰਗੇ ਹੋਰ ਬਦਲਾਅ ਸ਼ਾਮਲ ਹਨ। ਖੋਜਕਰਤਾਵਾਂ ਨੇ ਸਭ ਕੁਝ ਵਿਸ਼ਲੇਸ਼ਣ ਜਾਂ ਆਪਣੇ ਅਧਿਐਨ ਵਿੱਚ ਲਿਖਿਆ ਹੈ। ਵਿਸ਼ਲੇਸ਼ਣ ਦੇ ਵਿੱਚ ਰੈਗੂਲੇਟਰੀ ਅਤੇ ਪ੍ਰਸ਼ਾਸਕੀ ਕਾਰਵਾਈ ਰਾਹੀਂ ਅਮਰੀਕੀ ਕੰਪਨੀਆਂ ਦੀ ਉੱਚ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਦੇ ਸੰਭਾਵਿਤ ਮਹੱਤਵਪੂਰਨ ਆਰਥਿਕ ਪ੍ਰਭਾਵ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜੋ ਉਤਪਾਦਕਤਾ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਮਰੀਕਾ ਵਿੱਚ ਸ਼ਟਡਾਊਨ ਦੀ ਪਰਵਾਹ ਨਾ ਕਰਦਿਆਂ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਦੇ ਛਾਪੇ ਜਾਰੀ ਹਨ ਅਤੇ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਵਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ। ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਨੇ ਇਹ ਕਿਹਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਹਿਰਾਂ ਦੀਆਂ ਗਲੀਆਂ ਵਿੱਚੋਂ ਨਸ਼ਾ ਤਸਕਰ, ਬਲਾਤਕਾਰੀ ਅਤੇ ਹੋਰ ਖਤਰਨਾਕ ਮੁਜਰਮ ਦੂਰ ਕੀਤੇ ਜਾ ਰਹੇ ਹਨ। ਇੱਥੇ ਦੱਸਣਾ ਬੰਦ ਹੈ ਕਿ ਵਰਿੰਦਰ ਸਿੰਘ ਨੂੰ ਮੈਸੇਚਿਉਸੇਟਸ ਤੇ ਬੋਸਟਨ ਵਿਖੇ 5 ਕਿਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਵਰਿੰਦਰ ਸਿੰਘ ਤੋਂ ਇਲਾਵਾ ਆਈਸ ਦੀ ਨਿਊਯਾਰਕ ਇਕਾਈ ਵੱਲੋਂ ਇਕਵਾਡੋਰ ਦੇ ਡਾਰਵਿਨ ਗੋਜ਼ਾਲੇਜ਼, ਮੈਕਸੀਕੋ ਦੇ ਕਾਰਡਿਨੈਂਸ ਰੋਡਰਿਗਸ ਅਤੇ ਮੈਕਸੀਕੋ ਦੇ ਹੀ ਐਡਿਲਬਰਟੋ ਰਿਨਕੋਨ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਬਲਾਤਕਾਰ ਤੱਕ ਦਾ ਦੋਸ਼ੀ ਕਰਾਰ ਦਿੱਤਾ ਗਿਆ। DHS ਨੇ ਇੱਕ ਬਿਆਨ ਜਾਰੀ ਕਰਦੇ ਕਿਹਾ ਕਿ ਟਰੰਪ ਸਰਕਾਰ ਦੇ ਪਹਿਲੇ 7 ਮਹੀਨੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ। ਰੋਜ਼ਾਨਾ 50 ਬਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਸੋ ਆਈਸ ਨੇ ਦਾਅਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦਰਮਿਆਨ 3,19,980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ, ਪਰ ਇਸ ਆંકੜੇ ਵਿੱਚ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ। ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਏ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਕੇ ਗਏ ਜਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਟਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਹਨਾਂ ਨੇ ਅਮਰੀਕਾ ਵਿੱਚੋਂ ਆਪਣਾ ਜੁੱਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਵੇਲੇ ਮਨ ਵਿੱਚ ਡਰ ਲੈ ਕੇ ਜਿਉਣਾ ਸੌਖਾ ਨਹੀਂ, ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦੇ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ੍ਹ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਆંકੜਾ ਕਈ ਗੁਣਾ ਵੱਧ ਸਕਦਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਹਨ ਕਿ ਅਜ਼ਾਈਲਮ ਕਲੇਮਸ ਵਿੱਚੋਂ ਸਿਰਫ 94 ਅਰਜ਼ੀਆਂ ਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਹਨ। ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ, ਪਰ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ। ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਮਿਸਾਲ ਦਿੱਤੀ ਹੈ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਅਮਰੀਕਾ ਛੱਡ ਰਹੇ ਹਨ। ਸੋ ਦੂਜੇ ਪਾਸੇ ਸਿਰਫ ਅਜ਼ਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਘਾਉਣੀ ਬੇहद ਮੁਸ਼ਕਿਲ ਹੋਵੇਗੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਇਸੇ ਦੌਰਾਨ H1B ਵੀਜ਼ਾ ਤੇ ਅਮਰੀਕਾ ਵਿੱਚ ਕਦਮ ਰੱਖਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਵੇ ਦਾ ਰਾਹ ਤਲਾਸ਼ਣਾ ਸ਼ੁਰੂ ਕਰ ਦਿੱਤਾ, ਕਿਉਂਕਿ ਗ੍ਰੀਨ ਕਾਰਡ ਦੇ ਰਾਹ ਬੰਦ ਹੋ ਚੁੱਕੇ ਹਨ। ਘੱਟੋ ਘੱਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲੋਟਰੀ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਜਿਹੜੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50,000 ਤੋਂ ਵੱਧ ਪ੍ਰਵਾਸੀ ਅਮਰੀਕਾ ਪੁੱਜੇ ਹੋਣ, ਉਸ ਮੁਲਕ ਨੂੰ ਲੋਟਰੀ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਆંકੜਿਆਂ ਤੇ ਝਾਤ ਮਾਰੀ ਜਾਵੇ ਤਾਂ 2021 ਦੇ ਵਿੱਚ 93,450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਅਤੇ 2022 ਦੇ ਵਿੱਚ ਇਹ ਆંકੜਾ ਵੱਧ ਕੇ 1,27,000 ਹੋ ਗਿਆ। 2023 ਦੌਰਾਨ 78,000 ਪ੍ਰਵਾਸੀਆਂ ਨੇ ਕੰਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ। ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਆંકੜਾ 20,000 ਤੋਂ ਉੱਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਧ ਖਤਰਾ ਇਹਨਾਂ ਉੱਪਰ ਹੀ ਮੰਡਰਾ ਰਿਹਾ ਹੈ। ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘੱਟ ਸਨ, ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਭਾਰਤੀਆਂ ਨੂੰ ਰਾਸ ਨਹੀਂ ਆ ਰਿਹਾ, ਜਦਕਿ ਇਸ ਤੋਂ ਪਹਿਲਾਂ ਫੈਮਿਲੀ ਸਪਾਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਮੁਲਕ ਵਿੱਚ ਪਨਾਹ ਹਾਸਲ ਕਰਨ ਵਿੱਚ ਜ਼ਿਆਦਾ ਦਿੱਕਤਾਂ ਨਹੀਂ ਸਨ ਆਉਂਦੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ ਹੈ। ਉਹ ਇਸ ਮਾਮਲੇ ਵਿੱਚ ਕੋਈ ਰਹਿਮ ਨਹੀਂ ਦਿਖਾ ਰਹੇ ਹਨ ਅਤੇ ਨਸ਼ਾ ਤਸਕਰਾਂ ਦੇ ਹਮਲਾ ਕਰਨ ਲਈ ਇੱਕ ਫਰੰਟ ਲਾਈਨ ਪਹੁੰਚ ਅਪਣਾ ਰਹੇ ਹਨ। 18 ਅਕਤੂਬਰ ਨੂੰ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਕੈਰੇਬੀਅਨ ਸਾਗਰ ਵਿੱਚ ਇੱਕ ਫੌਜੀ ਹਮਲੇ ਵਿੱਚ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇੱਕ ਪਣਡੁੱਬੀ ਤਬਾਹ ਹੋ ਗਈ। ਇਸ ਪੋਸਟ ਦੇ ਨਾਲ ਉਸਨੇ ਹਵਾਈ ਹਮਲੇ ਅਤੇ ਪਣਡੁੱਬੀ ਦੇ ਵਿਨਾਸ਼ ਦਾ ਇੱਕ ਵੀਡੀਓ ਵੀ ਜਾਰੀ ਕੀਤਾ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੁੱਥ ਵਿੱਚ ਲਿਖਿਆ ਕਿ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੀ ਪਣਡੁੱਬੀ ਨੂੰ ਨਸ਼ਟ ਕਰਨਾ ਮੇਰੇ ਲਈ ਬਹੁਤ ਸਨਮਾਨ ਵਾਲੀ ਗੱਲ ਸੀ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜਾਣੇ ਜਾਂਦੇ ਸਮੁੰਦਰੀ ਰਸਤੇ ਤੇ ਸੰਯੁਕਤ ਰਾਜ ਅਮਰੀਕਾ ਵੱਲ ਜਾਰੀ ਸੀ। ਸੋ ਅਮਰੀਕੀ ਖੁਫੀਆ ਏਜੰਸੀਆਂ ਨੇ ਪੁਸ਼ਟੀ ਕੀਤੀ ਕਿ ਪਣਡੁੱਬੀ ਜ਼ਿਆਦਾਤਰ ਫੈਂਟਾਨਿਲ ਅਤੇ ਹੋਰ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਭਰੀ ਹੋਈ ਸੀ। ਪਣਡੁੱਬੀ ਤੇ 4 ਜਾਣੇ ਪਛਾਣੇ ਨਸ਼ੀਲੇ ਪਦਾਰਥਾਂ ਦੇ ਅੱਤਵਾਦੀ ਸਵਾਰ ਸਨ। 2 ਅੱਤਵਾਦੀ ਮਾਰੇ ਗਏ ਸਨ। ਜੇਕਰ ਉਹ ਇਸ ਪਣਡੁੱਬੀ ਨੂੰ ਕਿਨਾਰੇ ਤੱਕ ਪਹੁੰਚਣ ਦਿੱਤਾ ਹੁੰਦਾ ਤਾਂ ਘੱਟੋ ਘੱਟ 25,000 ਅਮਰੀਕੀਆਂ ਦੀ ਮੌਤ ਹੋ ਜਾਣੀ ਸੀ। 2 ਬੱਚੇ ਹੋਏ ਅੱਤਵਾਦੀਆਂ ਨੂੰ ਕੈਦ ਅਤੇ ਮੁਕੱਦਮੇ ਲਈ ਉਹਨਾਂ ਦੇ ਜੱਦੀ ਦੇਸ਼ਾਂ ਇਕਵਾਡੋਰ ਅਤੇ ਕੋਲੰਬੀਆ ਵਾਪਸ ਭੇਜਿਆ ਜਾ ਰਿਹਾ ਹੈ। ਇਸ ਹਮਲੇ ਵਿੱਚ ਕਿਸੇ ਵੀ ਅਮਰੀਕੀ ਫੌਜ ਨੂੰ ਨੁਕਸਾਨ ਨਹੀਂ ਪਹੁੰਚਿਆ। ਉਹਨਾਂ ਨੇ ਕਿਹਾ ਕਿ ਮੇਰੀ ਨਿਗਰਾਨੀ ਹੇਠ ਸੰਯੁਕਤ ਰਾਜ ਅਮਰੀਕਾ ਜ਼ਮੀਨ ਜਾਂ ਸਮੁੰਦਰ ਰਾਹੀਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨਸ਼ੀਲੇ ਪਦਾਰਥਾਂ ਦੇ ਅੱਤਵਾਦੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਦੇਸ਼ ਭਰ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਇਨ੍ਹਾਂ ਰੈਲੀਆਂ ਨੂੰ ਨੋ ਕਿੰਗਜ਼ ਦਾ ਨਾਮ ਦੇ ਰਹੇ ਹਨ, ਜਦਕਿ ਟਰੰਪ ਦੀ ਪਾਰਟੀ ਨੇ ਇਨ੍ਹਾਂ ਨੂੰ ਹੇਟ ਅਮਰੀਕਾ ਰੈਲੀਆਂ ਕਿਹਾ ਹੈ। ਸੋ ਤੁਹਾਨੂੰ ਦੱਸਦਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਹੀ ਦੇਸ਼ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਅਤੇ ਉਹਨਾਂ ਦੀ ਟੀਮ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਇਹ ਤੀਜਾ ਵੱਡਾ ਵਿਰੋਧ ਪ੍ਰਦਰਸ਼ਨ ਹੈ। ਪ੍ਰਬੰਧਕਾਂ ਦੇ ਮੁਤਾਬਕ ਟਰੰਪ ਵਿਰੁੱਧ ਗੁੱਸਾ ਜ਼ਾਹਰ ਕਰਨ ਲਈ ਇਹ ਪ੍ਰਦਰਸ਼ਨ ਅਮਰੀਕਾ ਭਰ ਵਿੱਚ ਲਗਭਗ 2600 ਥਾਵਾਂ ਤੇ ਹੋਏ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਟਰੰਪ ਵਿਰੋਧੀ ਸਮੂਹ ਇਸ ਵਿਰੋਧ ਪ੍ਰਦਰਸ਼ਨ ਨੂੰ ਨੋ ਕਿੰਗਜ਼ ਕਹਿ ਰਹੇ ਹਨ, ਜਦਕਿ ਟਰੰਪ ਸਮਰਥਕ ਇਸ ਨੂੰ ਹੇਟ ਅਮਰੀਕਾ ਵਿਰੋਧ ਪ੍ਰਦਰਸ਼ਨ ਦਾ ਨਾਮ ਦੇ ਰਹੇ ਹਨ। ਸੋ ਰਾਈਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ ਦਿਨ ਦੇ ਅੰਤ ਤੱਕ ਅਮਰੀਕਾ ਦੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਤੇ ਇੱਥੋਂ ਤੱਕ ਕਿ ਕੁਝ ਵਿਦੇਸ਼ੀ ਰਾਜਧਾਨੀਆਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋਣ ਦੀ ਉਮੀਦ ਹੈ। ਪਿਛਲਾ ਵੱਡਾ ਟਰੰਪ ਵਿਰੋਧੀ ਪ੍ਰਦਰਸ਼ਨ ਜੂਨ ਵਿੱਚ ਹੋਇਆ ਸੀ, ਜਿਸ ਵਿੱਚ ਪ੍ਰਬੰਧਕਾਂ ਨੇ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਰਿਪੋਰਟ ਦਿੱਤੀ ਸੀ।
ਉਦੋਂ ਤੋਂ ਟਰੰਪ ਨੇ ਕਈ ਵਿਵਾਦਪੂਰਨ ਫੈਸਲੇ ਲਏ ਹਨ। ਇਸ ਲਈ ਉਹਨਾਂ ਵਿਰੁੱਧ ਪ੍ਰਦਰਸ਼ਨਾਂ ਵਿੱਚ ਹੋਰ ਵੀ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਰਿਪੋਰਟਾਂ ਦੇ ਅਨੁਸਾਰ ਅਮਰੀਕੀ ਨਾਗਰਿਕ ਰਾਜਧਾਨੀ ਵਾਸ਼ਿੰਗਟਨ ਦੀਆਂ ਸੜਕਾਂ ਤੇ ਉਤਰ ਆਏ ਅਤੇ ਕੈਪੀਟਲ ਵੱਲ ਮਾਰਚ ਕੀਤਾ। ਰੈਲੀ ਵਿੱਚ ਕਾਰਨੀਵਲ ਵਰਗਾ ਮਾਹੌਲ ਸੀ। ਪ੍ਰਦਰਸ਼ਨਕਾਰੀਆਂ ਨੇ ਬੈਨਰ, ਅਮਰੀਕੀ ਝੰਡੇ ਅਤੇ ਗੁਬਾਰੇ ਚੁੱਕੇ ਹੋਏ ਸਨ ਅਤੇ ਕੁਝ ਨੇ ਰੰਗੀਨ ਕੱਪੜੇ ਪਹਿਨੇ ਹੋਏ ਸਨ। ਵਾਸ਼ਿੰਗਟਨ ਤੋਂ ਇਲਾਵਾ ਨਿਊਯਾਰਕ, ਬੋਸਟਨ, ਸ਼ਿਕਾਗੋ ਅਤੇ ਅਟਲਾਂਟਾ ਵਿੱਚ ਵੀ ਟਰੰਪ ਵਿਰੁੱਧ ਨੋ ਕਿੰਗਸ ਰੈਲੀਆਂ ਵਿੱਚ ਵੱਡੀ ਭੀੜ ਇਕੱਠੀ ਹੋਈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਲੋਕਤੰਤਰ ਅਤੇ ਸੱਚਾਈ ਲਈ ਰੈਲੀਆਂ ਵਿੱਚ ਆਏ ਸਨ ਅਤੇ ਸੱਤਾ ਦੇ ਕਿਸੇ ਵੀ ਕਬਜ਼ੇ ਦੇ ਵਿਰੁੱਧ ਸਨ। ਸੋ ਅਮਰੀਕੀ ਸਮੇਂ ਅਨੁਸਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਟਰੰਪ ਨੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਇੱਕ ਇੰਟਰਵਿਊ ਦੇ ਵਿੱਚ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਉਹ ਮੈਨੂੰ ਰਾਜਾ ਕਹਿ ਰਹੇ ਹਨ, ਮੈਂ ਰਾਜਾ ਨਹੀਂ ਹਾਂ। ਨੋ ਕਿੰਗਸ ਮਾਰਚ ਦੇ ਮੁੱਖ ਪ੍ਰਬੰਧਕ ਨੇ ਸਹਿ ਸੰਸਥਾਪਕ ਇੰਡੀਵਿਜ਼ੀਬਲ ਦੇ ਸਹਿ ਸੰਸਥਾਪਕ ਲੀ ਗ੍ਰੀਨਬਰਗ ਦੇ ਅਨੁਸਾਰ ਇਹ ਮਾਰਚ ਲਗਭਗ 300 ਜ਼ਮੀਨੀ ਸਮੂਹਾਂ ਦੁਆਰਾ ਆਯੋਜਿਤ ਕੀਤੇ ਗਏ ਸਨ। ਰਾਈਟਰਸ ਅਨੁਸਾਰ ਇਨ੍ਹਾਂ ਮਾਰਚਾਂ ਨੂੰ ਕਈ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੈ, ਜਿਨ੍ਹਾਂ ਵਿੱਚ ਸੈਨੇਟਰ ਬਰਨੀ ਸੈਂਡਰਸ ਅਤੇ ਅਮਰੀਕੀ ਪ੍ਰਤੀਨਿਧੀ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਸ ਇੱਕ ਡੈਮੋਕ੍ਰੇਟ ਸ਼ਾਮਲ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਰਿਪੋਰਟ ਪ੍ਰਾਪਤ ਹੋਈ ਹੈ ਕਿ ਹਮਾਸ ਗਾਜ਼ਾ 'ਚ ਫਲਸਤੀਨੀ ਨਾਗਰਿਕਾਂ ਤੇ ਹਮਲਾ ਕਰਕੇ ਜੰਗਬੰਦੀ ਦੀ ਉਲੰਘਣਾ ਕਰ ਸਕਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਹਮਲਾ ਹੁੰਦਾ ਹੈ ਤਾਂ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਜ਼ਰਾਈਲ ਅਤੇ ਹਮਾਸ ਦਰਮਿਆਨ 2 ਸਾਲ ਤੋਂ ਚੱਲ ਰਹੀ ਜੰਗ ਨੂੰ ਸਮਾਪਤ ਕਰਨ ਦੇ ਲਈ ਕੀਤੇ ਗਏ ਸਮਝੌਤੇ ਦੀ ਗੰਭੀਰ ਉਲੰਘਣਾ ਹੋਵੇਗੀ, ਜਦਕਿ ਸੰਭਾਵਿਤ ਹਮਲੇ ਸੰਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਜੇਕਰ ਹਮਾਸ ਇਸ ਹਮਲੇ ਨੂੰ ਅੱਗੇ ਵਧਾਉਂਦਾ ਹੈ ਤਾਂ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਅਤੇ ਜੰਗਬੰਦੀ ਦੀ ਅਖੰਡਤਾ ਨੂੰ ਬਣਾਈ ਰੱਖਣ ਦੇ ਲਈ ਕਦਮ ਉਠਾਏ ਜਾਣਗੇ। ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹਮਾਸ ਗਾਜ਼ਾ 'ਚ ਲੋਕਾਂ ਨੂੰ ਮਾਰਨਾ ਜਾਰੀ ਰੱਖਦਾ ਹੈ, ਜੋ ਕਿ ਸਮਝੌਤੇ ਦਾ ਹਿੱਸਾ ਨਹੀਂ ਸੀ, ਤਾਂ ਸਾਡੇ ਕੋਲ ਉਹਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਬਾਅਦ 'ਚ ਸਪਸ਼ਟ ਕੀਤਾ ਕਿ ਹਮਾਸ ਦੇ ਖਿਲਾਫ ਧਮਕੀ ਦੇਣ ਤੋਂ ਬਾਅਦ ਉਹ ਗਾਜ਼ਾ 'ਚ ਅਮਰੀਕੀ ਫੌਜੀ ਨਹੀਂ ਭੇਜਣਗੇ। ਜ਼ਿਕਰਯੋਗ ਹੈ ਕਿ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਈਲ ਵੱਲੋਂ ਗਾਜ਼ਾ ਦੇ ਕੁਝ ਹਿੱਸਿਆਂ ਤੋਂ ਫੌਜਾਂ ਦੀ ਤੁਰੰਤ ਵਾਪਸੀ ਸ਼ੁਰੂ ਹੋਣ ਦੇ ਨਾਲ ਹਮਾਸ ਜਿਹੜਾ ਹੈ ਬੇਰਹਿਮੀ ਦੇ ਉੱਤੇ ਉਤਰ ਆਇਆ। ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਨਾਲ ਉਹ ਇਲਾਕੇ ਅਚਾਨਕ ਆਜ਼ਾਦ ਹੋ ਗਏ ਜਿੱਥੇ ਤਕਰੀਬਨ ਬਰਬਾਦੀ ਅਤੇ ਅਰਾਜਕਤਾ ਮੌਜੂਦ ਸੀ। ਇੱਥੋਂ ਇਜ਼ਰਾਈਲੀ ਫੌਜਾਂ ਦੇ ਹਟਦੇ ਹੀ ਹਮਾਸ ਦੀ ਮੌਜੂਦਗੀ ਦਿਖਣ ਲੱਗੀ। ਕੁਝ ਹੀ ਦਿਨਾਂ 'ਚ ਹਮਾਸ ਦੇ ਲੜਾਕੇ ਪੂਰੀ ਤਾਕਤ ਦੇ ਨਾਲ ਸੜਕਾਂ ਤੇ ਫਿਰ ਤੋਂ ਉਤਰ ਆਏ। ਹਰੇ ਹਮਾਸ ਦੇ ਹੈਂਡਬੈਂਡ ਪਹਿਨੀ ਨਕਾਬਪੋਸ਼ ਬੰਦੂਕਧਾਰੀਆਂ ਨੇ ਗਾਜ਼ਾ ਸ਼ਹਿਰ 'ਚ 8 ਲੋਕਾਂ ਨੂੰ ਹਿਰਾਸਤ 'ਚ ਲਿਆ ਅਤੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿਛਲੇ ਮਹੀਨੇ ਬਰਤਾਨੀਆ ਦੇ ਵੈਸਟ ਮਿਡਲੈਂਡਸ ਤੇ ਓਲਡਬਰੀ ਵਿੱਚ ਇੱਕ ਬਰਤਾਨਵੀ ਸਿੱਖ ਔਰਤ ਨਾਲ ਨਸਲੀ ਕਾਰਨਾਂ ਕਰਕੇ ਜਬਰ ਜਨਾਹ ਦੇ ਸ਼ੱਕ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵੈਸਟ ਮਿਡਲੈਂਡਸ ਪੁਲਿਸ ਨੇ ਗ੍ਰਿਫਤਾਰੀਆਂ ਦੀ ਪੁਸ਼ਟੀ ਕਰਦੇ ਹੋਏ ਇਹ ਦੱਸਿਆ ਕਿ ਸੈਂਡਵੈਲ ਨਿਵਾਸੀ 49 ਸਾਲਾਂ ਦਾ ਪੁਰਸ਼ ਅਤੇ 65 ਸਾਲਾਂ ਦੀ ਔਰਤ ਵੀਰਵਾਰ ਰਾਤ ਹੈਲਸ ਓਵੇਨ ਵਿੱਚ 30 ਸਾਲ ਦੀ ਇੱਕ ਔਰਤ ਤੇ ਹੋਏ ਇੱਕ ਵੱਖਰੇ ਜਿਨਸੀ ਹਮਲੇ ਨਾਲ ਵੀ ਜੁੜੇ ਹਨ। ਹਾਲਾਂਕਿ ਉਸ ਘਟਨਾ ਨੂੰ ਨਸਲੀ ਨਹੀਂ ਮੰਨਿਆ ਜਾ ਰਿਹਾ। 20 ਸਾਲਾਂ ਦੀ ਬਰਤਾਨਵੀ ਸਿੱਖ ਮਹਿਲਾ ਤੇ ਹਮਲਾ 9 ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ ਤੇ ਹੋਇਆ ਸੀ। 2 ਗੋਰੇ ਹਮਲਾਵਰਾਂ ਨੇ ਪੀੜਿਤ ਨੂੰ ਕਿਹਾ ਸੀ ਕਿ ਤੂੰ ਇਸ ਦੇਸ਼ 'ਚ ਨਹੀਂ ਹੈ, ਸੋ ਇੱਥੋਂ ਚਲੀ ਜਾ। ਇਸ ਘਟਨਾ ਨਾਲ ਪੂਰੇ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਸੀ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸਾਜ਼ਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਰਗੋ ਟਰਮੀਨਲ ਤੇ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸਾਰੀਆਂ ਉਡਾਨਾਂ ਮੁਅੱਤਲ ਕਰ ਦਿੱਤੀਆਂ ਗਈਆਂ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ। ਅਧਿਕਾਰੀਆਂ ਨੇ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਅੱਗ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਹ ਪਤਾ ਲੱਗਿਆ ਹੈ ਕਿ ਅੱਗ ਦੁਪਹਿਰ ਦੇ 3:30 ਵਜੇ ਦੇ ਕਰੀਬ ਲੱਗੀ। ਇਹ ਵੀ ਪਤਾ ਲੱਗਿਆ ਕਿ ਰਾਤ 9 ਵਜੇ ਦੇ ਕਰੀਬ ਇਸ ਹਵਾਈ ਅੱਡੇ ਤੋਂ ਕੁਝ ਉਡਾਨਾਂ ਸ਼ੁਰੂ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕਾਰਗੋ ਕੰਪਲੈਕਸ ਤੋਂ ਸੰਘਣਾ ਧੂੰਆਂ ਉੱਠਣ ਤੋਂ ਬਾਅਦ ਕਈ ਫਾਇਰ ਬ੍ਰਿਗੇਡਸ ਗੱਡੀਆਂ ਮੌਕੇ ਤੇ ਪੁੱਜੀਆਂ ਤੇ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਤੇ ਕਾਫੀ ਮੁਸ਼ੱਕਤ ਬਾਅਦ ਅੱਗ ਬੁਝਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਅੱਗ ਲੱਗਣ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ ਤੇ ਭੇਜੀਆਂ ਗਈਆਂ ਹਨ। ਇਹ ਜਾਣਕਾਰੀ ਮਿਲੀ ਹੈ ਕਿ ਕਾਰਗੋ ਦਾ ਸਾਰਾ ਖੇਤਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਦਿੱਲੀ ਤੋਂ ਬੰਗਲਾਦੇਸ਼ ਜਾਣ ਵਾਲੀ ਉਡਾਨ ਵੀ ਕੋਲਕਾਤਾ ਭੇਜੀ ਗਈ ਹੈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਹਵਾਈ ਅੱਡੇ ਦਾ ਸਾਰਾ ਖੇਤਰ ਸੰਘਣੇ ਕਾਲੇ ਧੂਏ ਦੀ ਮਾਰ ਹੇਠ ਆ ਗਿਆ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਸਾਹ ਦੀ ਸਮੱਸਿਆ ਵੀ ਆਈ।
ਬਰਤਾਨੀਆ ਦੇ ਵਿੱਚ ਵੱਧਦੇ ਬਿਜਲੀ ਬਿੱਲਾਂ ਅਤੇ ਭੋਜਨ ਦੀਆਂ ਕੀਮਤਾਂ ਹਜ਼ਾਰਾਂ ਭਾਰਤੀ ਪਾਕਿਸਤਾਨੀ ਬੰਗਲਾਦੇਸ਼ੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਇਸ ਬਾਰੇ ਦੱਸਿਆ ਕਿ ਇੱਥੇ ਲੋਕ ਜ਼ਿਆਦਾ ਭੁਗਤਾਨ ਕਰ ਰਹੇ ਹਨ ਅਤੇ ਉਹਨਾਂ ਨੂੰ ਇਸ ਦੇ ਈਵਜ਼ ਵਿੱਚ ਬਹੁਤ ਘੱਟ ਮਿਲ ਰਿਹਾ ਹੈ। ਸਰਕਾਰ ਸਥਿਰਤਾ ਬਾਰੇ ਗੱਲ ਕਰਦੀ ਹੈ, ਪਰ ਸਾਡੇ ਲੋਕਾਂ ਲਈ ਕੋਈ ਸਥਿਰਤਾ ਨਹੀਂ ਹੈ। ਉਹਨਾਂ ਦੇ ਲਈ ਸਿਰਫ ਸੰਘਰਸ਼ ਹੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਅਨੁਸਾਰ ਯੂਨਾਈਟਿਡ ਕਿੰਗਡਮ ਇਸ ਸਾਲ G7 ਵਿੱਚ ਸਭ ਤੋਂ ਵੱਧ ਮਹਿੰਗਾਈ ਦਰ ਦਰਜ ਕਰੇਗਾ। ਇੱਥੇ ਕਰਿਆਨੇ ਦਾ ਸਮਾਨ ਵੀ ਮਹਿੰਗਾ ਹੋ ਗਿਆ ਅਤੇ ਔਸਤ ਸਾਲਾਨਾ ਘਰੇਲੂ ਊਰਜਾ ਬਿੱਲ ਕਈ ਗੁਣਾ ਵੱਧ ਗਿਆ ਹੈ। ਸੋ ਗਿੱਲ ਨੇ ਕਿਹਾ ਹੈ ਕਿ ਬਹੁਤ ਸਾਰੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਗੈਸ ਅਤੇ ਬਿਜਲੀ ਦੇ ਵੱਧ ਰਹੇ ਖਰਚਿਆਂ ਦੀ ਮਾਰ ਪੈ ਰਹੀ ਹੈ। ਭਾਵੇਂ ਤੁਸੀਂ ਘੱਟ ਊਰਜਾ ਦੀ ਵਰਤੋਂ ਕਰਦੇ ਹੋ, ਪਰ ਤੁਹਾਨੂੰ ਫੀਸ ਤਾਂ ਪਹਿਲਾਂ ਵਾਲੀ ਹੀ ਅਦਾ ਕਰਨੀ ਪੈ ਰਹੀ ਹੈ। ਸੋ ਇਸ ਸਮੇਂ ਬਰਤਾਨੀਆ ਦੇ ਵਿੱਚ ਭਾਰਤੀ ਹੋਣ, ਬੰਗਲਾਦੇਸ਼ੀ ਹੋਣ, ਪਾਕਿਸਤਾਨੀ ਹੋਣ, ਇਹਨਾਂ ਸਾਰਿਆਂ ਨੂੰ ਹੀ ਯਾਨੀ ਵਿਦੇਸ਼ੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੌਲੀ ਹੌਲੀ ਕਰਕੇ ਉੱਥੇ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ, ਜੋ ਕਿ ਉੱਥੇ ਦੇ ਮੌਜੂਦ ਲੋਕਾਂ ਨੂੰ ਇੱਕੋ ਹੀ ਜਗ੍ਹਾ ਮਤਲਬ ਭੀੜ ਵਾਲੀ ਜਗ੍ਹਾ ਵਿੱਚ ਰਹਿਣ ਲਈ ਮਜਬੂਰ ਕਰ ਰਹੇ ਹਨ। ਨਿਊਯਾਰਕ ਸਿਟੀ ਨੇ 9ਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਵਿਲੱਖਣ ਸ਼ਰਧਾਂਜਲੀ ਭੇਟ ਕੀਤੀ ਹੈ। ਕੁਈਨਜ਼ ਦੀ 114th ਸਟਰੀਟ ਅਤੇ 101 ਯਾਨੀ 101 ਐਵੇਨਿਊ ਦੇ ਚੌਰਾਹੇ ਨੂੰ ਅਧਿਕਾਰਤ ਤੌਰ ਤੇ ਗੁਰੂ ਤੇਗ ਬਹਾਦਰ ਜੀ ਵੇ ਦਾ ਨਾਮ ਦਿੱਤਾ ਗਿਆ। ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣਮੱਤਾ ਪਲ ਹੈ। ਇਹ ਇੱਕ ਇਤਿਹਾਸਕ ਘਟਨਾ ਹੈ ਕਿਉਂਕਿ ਨਿਊਯਾਰਕ ਭਾਰਤ ਤੋਂ ਬਾਹਰ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਇੱਕ ਸਿੱਖ ਗੁਰੂ ਜੀ ਦੇ ਨਾਮ ਨੂੰ ਇੱਕ ਗਲੀ ਸਮਰਪਿਤ ਯਾਨੀ ਸਟਰੀਟ ਸਮਰਪਿਤ ਕੀਤੀ ਗਈ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਦੁਨੀਆ ਭਰ ਵਿੱਚ ਵਿਆਪਕ ਤੌਰ ਤੇ ਮਨਾਇਆ ਜਾ ਰਿਹਾ ਹੈ। ਇਹ ਸਨਮਾਨ ਗੁਰੂ ਤੇਗ ਬਹਾਦਰ ਜੀ ਦੀ ਅਮਰ ਵਿਰਾਸਤ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਿਆਂ ਲਈ ਸਰਵਉੱਚ ਕੁਰਬਾਨੀ ਦਿੱਤੀ। ਅਫਰੀਕਾ ਮਹਾਦੀਪ ਦੇ ਮੁਲਕ ਮੋਜ਼ੰਬੀਕ ਨੇੜੇ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 3 ਭਾਰਤੀਆਂ ਦੀ ਮੌਤ ਹੋ ਗਈ ਅਤੇ 5 ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ ਵਿੱਚ 14 ਭਾਰਤੀ ਸਵਾਰ ਸਨ ਅਤੇ ਬੇਈਰਾ ਬੰਦਰਗਾਹ ਨੇੜੇ ਇੱਕ ਟੈਂਕਰ ਦੇ ਕਰੂ ਮੈਂਬਰਸ ਨੂੰ ਧਰਤੀ ਤੋਂ ਜਹਾਜ਼ ਤੱਕ ਲਿਜਾਣ ਦੀ ਪ੍ਰਕਿਰਿਆ ਦੌਰਾਨ ਹਾਦਸਾ ਵਾਪਰਿਆ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ 6 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਦਕਿ ਲਾਪਤਾ ਭਾਰਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਈ ਕਮਿਸ਼ਨ ਦਾ ਇੱਕ ਕੌਂਸਲਰ ਅਫਸਰ ਬੇਈਰਾ ਵਿਖੇ ਮੌਜੂਦ ਹੈ, ਜਿਸ ਨੇ ਦੱਸਿਆ ਕਿ ਪਾਣੀ ਵਿੱਚੋਂ ਕੱਢੇ ਭਾਰਤੀ ਨਾਗਰਿਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਈ ਕਮਿਸ਼ਨ ਵੱਲੋਂ ਹਾਲਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰਤੀ ਨਾਗਰਿਕਾਂ ਦੀਆਂ ਦੇਹਾਂ ਲਿਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਜੇ ਪਾਸੇ ਹਰਿਆਣਾ ਦੇ ਕਰਨਾਲ ਸ਼ਹਿਰ ਨਾਲ ਸੰਬੰਧਿਤ ਨੌਜਵਾਨ ਨੂੰ ਕੰਬੋਡੀਆ ਵਿੱਚ ਬੰਦੀ ਬਣਾਏ ਜਾਣ ਦੀ ਰਿਪੋਰਟ ਹੈ। ਟਰੈਵਲ ਏਜੰਟਾਂ ਨੇ ਨੌਜਵਾਨ ਨੌਕਰੀ ਦਾ ਲਾਲਚ ਦੇ ਕੇ ਕੰਬੋਡੀਆ ਸੱਦਿਆ ਅਤੇ $3500 ਵਿੱਚ ਇੱਕ ਕੰਪਨੀ ਨੂੰ ਵੇਚ ਦਿੱਤਾ। ਹੁਣ ਕੰਪਨੀ ਵਾਲੇ ਉਸ ਦੀ ਰਿਹਾਈ ਲਈ $5000 ਦੀ ਮੰਗ ਕਰ ਰਹੇ ਹਨ। ਨੌਜਵਾਨ ਦੀ ਸ਼ਨਾਖਤ ਧਰਮਵੀਰ ਵਜੋਂ ਕੀਤੀ ਗਈ ਹੈ, ਜਿਸ ਦੀ ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਹੀ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ। ਹੁਣ ਉਸ ਦੀ ਰਿਹਾਈ ਵਾਸਤੇ 4.5 ਲੱਖ ਰੁਪਏ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੈ। ਕਰਨਾਲ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਧਰਮਵੀਰ ਤੋਂ ਨਜਾਇਜ਼ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਜਦੋਂ ਉਸਨੇ ਅਸਲੀਅਤ ਪਤਾ ਲੱਗੀ ਤਾਂ ਉਸਨੇ ਕੰਮ ਕਰਨ ਤੋਂ ਨਾ ਕਰ ਦਿੱਤੀ। ਧਰਮਵੀਰ ਦੀ ਇਹ ਜੋ ਕੰਪਨੀ ਹੈ ਕੰਪਨੀ ਮਾਲਕ ਨੂੰ ਹਰਕਤ ਜੋ ਸੀ ਕੰਪਨੀ ਮਾਲਕ ਪਸੰਦ ਨਾ ਆਈ ਅਤੇ ਉਸ ਦੀ ਕੁੱਟਮਾਰ ਕਰਦਿਆਂ ਮੋਬਾਈਲ ਅਤੇ ਪਾਸਵਰਡ ਖੋਲੇ। ਪੁੱਤ ਦੀ ਰਿਹਾਈ ਵਾਸਤੇ ਦਰ ਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਮਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਧਰਮਵੀਰ ਦੀ ਰਿਹਾਈ ਦਾ ਉਪਰਾਲਾ ਕੀਤੇ ਜਾਣ। ਤੇਲ, ਪਾਊਡਰ, ਕਰੀਮ ਅਤੇ ਸਾਬਣ ਬਣਾਉਣ ਵਾਲੀ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਤੇ ਇੰਗਲੈਂਡ ਵਿੱਚ ਇੱਕ ਬਹੁਤ ਵੱਡਾ ਮੁਕੱਦਮਾ ਦਾਇਰ ਕੀਤਾ ਗਿਆ। ਇਹ ਮੁਕੱਦਮਾ 3000 ਲੋਕਾਂ ਵੱਲੋਂ KP ਲਾਅ ਫਰਮ ਵੱਲੋਂ ਦਾਇਰ ਕੀਤਾ ਗਿਆ। ਇਲਜ਼ਾਮ ਹੈ ਕਿ ਇਸ ਕੰਪਨੀ ਨੇ ਟੈਲਕਮ ਪਾਊਡਰ ਵਿੱਚ ਕੈਂਸਰ ਮਿਲਾਇਆ। ਸੋ ਤੁਹਾਨੂੰ ਦੱਸ ਦਈਏ ਕਿ ਐਕਚੁਅਲ 'ਚ ਇਹ ਪੂਰੀ ਖਬਰ ਹੈ ਕਿ ਬ੍ਰਿਟੇਨ ਹਾਈ ਕੋਰਟ ਵਿੱਚ ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਅਤੇ ਕੈਨਵੇ UK ਲਿਮਟਿਡ ਦੇ ਖਿਲਾਫ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। 3000 ਲੋਕਾਂ ਵੱਲੋਂ ਦਾਇਰ ਕੀਤੇ ਗਏ ਇਸ ਮਾਮਲੇ ਵਿੱਚ ਕੰਪਨੀ ਤੇ ਇਲਜ਼ਾਮ ਲੱਗੇ ਹੋਏ ਹਨ ਕਿ ਕੰਪਨੀ ਦੇ ਟੈਲਕਮ ਪਾਊਡਰ ਵਿੱਚ ਕੈਂਸਰ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਅਜਿਹਾ ਬੇਬੀ ਪਾਊਡਰ ਵੇਚਿਆ ਜਿਸ ਵਿੱਚ ਐਸਬੈਸਟੋਸ ਮੌਜੂਦ ਸੀ। ਇਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਕੈਨਵੇ ਦਾ ਨਾਮ ਇਸ ਕਰਕੇ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਉਹ ਜੌਨਸਨ ਐਂਡ ਜੌਨਸਨ ਦੀ ਪੁਰਾਣੀ ਕੰਜ਼ਿਊਮਰ ਹੈਲਥ ਯੂਨਿਟ ਸੀ, ਜਿਸ ਨੂੰ 2023 ਵਿੱਚ ਵੱਖ ਕਰ ਦਿੱਤਾ ਗਿਆ ਸੀ। ਵਕੀਲਾਂ ਨੇ ਕੰਪਨੀ ਦੇ ਹੀ ਪੁਰਾਣੇ ਦਸਤਾਵੇਜ਼ਾਂ ਅਤੇ ਸਾਇੰਟਿਫਿਕ ਰਿਪੋਰਟਾਂ ਨੂੰ ਸਬੂਤ ਵਜੋਂ ਵਰਤਿਆ। ਮੁਕੱਦਮੇ ਵਿੱਚ ਕਿਹਾ ਗਿਆ ਕਿ ਜੌਨਸਨ ਐਂਡ ਜੌਨਸਨ ਨੂੰ 60 ਦੇ ਦਹਾਕੇ ਤੋਂ ਹੀ ਪਤਾ ਸੀ ਕਿ ਉਸਦੇ ਟੈਲਕਮ ਪਾਊਡਰ ਵਿੱਚ ਟਰਮੋਲਾਈਟ ਅਤੇ ਐਕਟੀਨੋਲਾਈਟ ਵਰਗੇ ਮਿਨਰਲਸ ਸੀ ਮੌਜੂਦ ਨੇ ਅਤੇ ਜੋ ਰੇਸ਼ੇਦਾਰ ਯਾਨੀ
ਯਾਗੇਨੁਮਾ ਰੂਪ ਵਿੱਚ ਹੁੰਦੇ ਹਨ ਜੋ ਐਸਬੈਸਟੋਸ ਬਣ ਸਕਦੇ ਹਨ ਅਤੇ ਉਸ ਨਾਲ ਇਨਸਾਨ ਨੂੰ ਕੈਂਸਰ ਹੋ ਸਕਦਾ ਹੈ। ਮਾਮਲਾ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਤਾ ਹੋਣ ਦੇ ਬਾਵਜੂਦ ਕੰਪਨੀ ਨੇ ਨਾ ਤਾਂ ਕੋਈ ਚੇਤਾਵਨੀ ਦਿੱਤੀ, ਨਾ ਹੀ ਪਾਊਡਰ ਨੂੰ ਮਾਰਕੀਟ ਵਿੱਚ ਜਾਣ ਤੋਂ ਰੋਕਿਆ, ਬਲਕਿ ਉਹ ਇਸ ਨੂੰ ਸ਼ੁੱਧ ਅਤੇ ਸੁਰੱਖਿਅਤ ਦੱਸ ਕੇ ਵੇਚਦੀ ਰਹੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਕੇ ਉਹਨਾਂ ਨੂੰ ਓਵਰੀ ਦਾ ਕੈਂਸਰ, ਮੈਸੋਥੈਲੀਓ ਨਾਂ ਦਾ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਹੋ ਗਈਆਂ ਨੇ, ਪਰ ਕੰਪਨੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਉਸਦੇ ਪ੍ਰੋਡਕਟ ਹਮੇਸ਼ਾ ਨਿਯਮਾਂ ਦੇ ਹਿਸਾਬ ਨਾਲ ਹੀ ਬਣੇ ਹੁੰਦੇ ਨੇ ਜੋ ਪੂਰੀ ਤਰ੍ਹਾਂ ਸੇਫ ਨੇ। ਉਹਨਾਂ ਵਿੱਚ ਐਸਬੈਸਟੋਸ ਨਹੀਂ ਸੀ ਅਤੇ ਨਾ ਹੀ ਉਹ ਕੈਂਸਰ ਪੈਦਾ ਕਰਦੇ ਨੇ। ਉਂਝ ਤਾਂ ਬ੍ਰਿਟੇਨ ਵਿੱਚ ਕੰਪਨੀ ਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ, ਪਰ ਇੰਨਾ ਵੱਡਾ ਮੁਕੱਦਮਾ ਪਹਿਲੀ ਵਾਰ ਦਰਜ ਹੋਇਆ। ਜਾਣਕਾਰੀ ਅਨੁਸਾਰ ਕੰਪਨੀ ਤੇ ਜੋ ਮੁਕੱਦਮਾ ਕੀਤਾ ਗਿਆ ਉਸ ਵਿੱਚ ਮੁਆਵਜ਼ੇ ਦੀ ਕੀਮਤ ਕਰੀਬ 1 ਬਿਲੀਅਨ ਪੌਂਡ ਦੱਸੀ ਜਾ ਰਹੀ ਹੈ, ਜੋ ਭਾਰਤੀ ਰੁਪਏ ਵਿੱਚ 10,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਇੱਕ ਫੈਸਲਾ 6 ਅਕਤੂਬਰ 2025 ਨੂੰ ਆਇਆ ਸੀ, ਜਿਸ ਵਿੱਚ ਕੰਪਨੀ ਨੂੰ ਆਦੇਸ਼ ਦਿੱਤੇ ਗਏ ਸੀ ਕਿ ਉਹ ਮੁਰੇ ਨਾਂ ਦੀ ਯਾਨੀ ਕਿ ਉਹ ਮੁਰੇ ਨਾਂ ਦੀ ਔਰਤ ਦੇ ਪਰਿਵਾਰ ਨੂੰ $966 ਮਿਲੀਅਨ ਦਾ ਮੁਆਵਜ਼ਾ ਦੇਵੇ, ਜੋ ਭਾਰਤੀ ਰੁਪਏ ਵਿੱਚ 8,000 ਕਰੋੜ ਦੇ ਕਰੀਬ ਬਣਦਾ ਹੈ। ਇਸ ਔਰਤ ਦੀ ਮੌਤ ਮੈਸੋਥੈਲੀਓ ਨਾਂ ਦੇ ਇੱਕ ਕੈਂਸਰ ਕਰਕੇ ਹੋ ਗਈ, ਜੋ ਐਸਬੈਸਟੋਸ ਦੇ ਜ਼ਿਆਦਾ ਸੰਪਰਕ ਵਿੱਚ ਰਹਿਣ ਨਾਲ ਹੁੰਦਾ ਹੈ। ਦੋਹਾ ਵਿੱਚ ਹੋਈ ਸ਼ਾਂਤੀ ਵਾਰਤਾ ਦੌਰਾਨ ਅਫਗਾਨਿਸਤਾਨ ਅਤੇ ਪਾਕਿਸਤਾਨ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਕੀਤਾ। ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਇੱਕ ਹਫ਼ਤੇ ਦੀਆਂ ਭਿਆਨਕ ਸਰਹੱਦੀ ਝੜਪਾਂ ਤੋਂ ਬਾਅਦ ਜੰਗਬੰਦੀ ਵਧਾ ਦਿੱਤੀ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਸ਼ਨੀਵਾਰ ਨੂੰ ਕਤਰ ਅਤੇ ਤੁਰਕੀ ਦੀ ਵਿਚੋਲਗੀ ਵਿੱਚ ਹੋਈ ਗੱਲਬਾਤ ਦੌਰਾਨ ਜੰਗਬੰਦੀ ਲਈ ਸਹਿਮਤ ਹੋਏ। ਉਹਨਾਂ ਨੇ ਕਿਹਾ ਕਿ ਉਹ ਜੰਗਬੰਦੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਭਰੋਸੇਯੋਗ ਅਤੇ ਟਿਕਾਊ ਤਰੀਕੇ ਨਾਲ ਇਸ ਦੇ ਲਾਗੂ ਕਰਨ ਦੀ ਪੁਸ਼ਟੀ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਫੋਲੋ-ਅਪ ਮੀਟਿੰਗਾਂ ਕਰਨ ਲਈ ਵੀ ਸਹਿਮਤ ਹੋਏ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਕਿਹਾ ਸੀ ਕਿ ਉਹ 2021 ਵਿੱਚ ਕਾਬੁਲ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਹੋਈ ਸਭ ਤੋਂ ਭਿਆਨਕ ਹਿੰਸਾ ਤੋਂ ਬਾਅਦ ਅੱਗੇ ਵਧਣ ਦਾ ਰਸਤਾ ਲੱਭਣ ਲਈ ਸ਼ਨੀਵਾਰ ਨੂੰ ਦੋਹਾ ਵਿੱਚ ਸ਼ਾਂਤੀ ਗੱਲਬਾਤ ਕਰ ਰਹੇ ਹਨ। ਦਰਜਨਾਂ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਜ਼ਖਮੀ ਹੋਏ ਹਨ। ਪੁਰਤਗਾਲ ਦੀ ਸੰਸਦ ਨੇ ਜਲਦੀ ਹੀ ਬੁਰਕੇ ਤੇ ਪਾਬੰਦੀ ਲਗਾਉਣ ਵਾਲੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਪੁਰਤਗਾਲ ਵੀ ਦੂਜੇ ਯੂਰਪੀਅਨ ਦੇਸ਼ਾਂ ਵਾਂਗ ਇਸ ਪਾਬੰਦੀ ਨੂੰ ਲਾਗੂ ਕਰ ਦੇਵੇਗਾ। ਕੁਝ ਪਾਰਟੀਆਂ ਇਸ ਕਦਮ ਨੂੰ ਚਿਹਰਾ ਢੱਕਣ ਵਾਲੀਆਂ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਜੋਂ ਦੇਖ ਰਹੀਆਂ ਹਨ। ਸੰਸਦ ਵੱਲੋਂ ਬੁਰਕਾ ਪਾਬੰਦੀ ਬਿੱਲ ਨੂੰ ਮਨਜ਼ੂਰੀ ਮੀਡੀਆ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੁਰਤਗਾਲੀ ਸੰਸਦ ਨੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜੋ ਲਿੰਗ ਜਾਂ ਧਾਰਮਿਕ ਕਾਰਨਾਂ ਕਰਕੇ ਜਨਤਕ ਥਾਵਾਂ ਤੇ ਬੁਰਕਾ ਪਹਿਨਣ ਤੇ ਪਾਬੰਦੀ ਲਗਾਉਂਦਾ ਹੈ। ਸੱਜੇ ਪੱਖੀ ਚੇਗਾ ਪਾਰਟੀ ਦੁਆਰਾ ਪ੍ਰਸਤਾਵਿਤ ਇਸ ਬਿੱਲ ਦਾ ਉਦੇਸ਼ ਜ਼ਿਆਦਾਤਰ ਜਨਤਕ ਥਾਵਾਂ ਤੇ ਬੁਰਕੇ ਅਤੇ ਨਕਾਬ ਵਰਗੇ ਕੱਪੜਿਆਂ ਤੇ ਪਾਬੰਦੀ ਲਗਾਉਣਾ ਹੈ। ਹਾਲਾਂਕਿ ਇਸ ਵਿੱਚ ਉਡਾਨਾਂ, ਡਿਪਲੋਮੈਟਿਕ ਅਹਾਇਤਿਆਂ ਅਤੇ ਪੂਜਾ ਸਥਾਨਾਂ ਨੂੰ ਪਾਬੰਦੀ ਤੋਂ ਛੋੜ ਦਿੱਤੀ ਗਈ ਹੈ। ਇਸ ਬਿੱਲ ਵਿੱਚ ਬੁਰਕਾ ਪਹਿਨਣ ਤੇ ਜੁਰਮਾਨੇ ਦੀ ਵਿਵਸਥਾ ਵੀ ਸ਼ਾਮਲ ਹੈ। ਜਨਤਕ ਥਾਵਾਂ ਤੇ ਬੁਰਕਾ ਪਹਿਨਣ ਵਾਲਿਆਂ ਲਈ €200 ਤੋਂ €4,000 ਯਾਨੀ ਕਿ ਲਗਭਗ 17,500 ਤੋਂ €3,47,500 ਤੱਕ ਦਾ ਜੁਰਮਾਨਾ ਤਜਵੀਜ਼ ਕੀਤਾ ਗਿਆ। ਇਹ ਧਿਆਨ ਦੇਣ ਯੋਗ ਹੈ ਕਿ €4,000 ਭਾਰਤੀ ਮੁਦਰਾ ਦੇ ਵਿੱਚ 4,10,000 ਤੋਂ ਵੱਧ ਬਰਾਬਰ ਹੈ। ਬਿੱਲ ਦੀ ਮੌਜੂਦਾ ਸਥਿਤੀ ਅਤੇ ਅੰਤਰਰਾਸ਼ਟਰੀ ਪ੍ਰਸੰਗ ਇਹ ਬਿੱਲ ਪੁਰਤਗਾਲੀ ਸੰਸਦ ਦੁਆਰਾ ਪਾਸ ਕਰ ਦਿੱਤਾ ਗਿਆ ਅਤੇ ਹੁਣ ਕਾਨੂੰਨ ਬਣਨ ਲਈ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਦੀ ਪ੍ਰਵਾਨਗੀ ਜੋ ਹੈ ਉਸ ਦੀ ਉਡੀਕ ਕੀਤੀ ਜਾ ਰਹੀ ਹੈ। ਜੇ ਰਾਸ਼ਟਰਪਤੀ ਇਸ ਨੂੰ ਵੀਟੋ ਕਰਦੇ ਹਨ ਤਾਂ ਬਿੱਲ ਨੂੰ ਸਮੀਖਿਆ ਲਈ ਸੰਵਿਧਾਨਕ ਅਦਾਲਤ ਕੋਲ ਭੇਜਿਆ ਜਾ ਸਕਦਾ ਹੈ। ਜੇਕਰ ਇਹ ਲਾਗੂ ਹੁੰਦਾ ਹੈ ਤਾਂ ਪੁਰਤਗਾਲ ਉਹਨਾਂ ਯੂਰੋਪੀਅਨ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ ਜਿਵੇਂ ਕਿ ਆਸਟਰੀਆ, ਫਰਾਂਸ, ਬੈਲਜੀਅਮ ਅਤੇ ਨੀਦਰਲੈਂਡਸ, ਜਿਨ੍ਹਾਂ ਵਿੱਚ ਚਿਹਰੇ ਅਤੇ ਸਿਰ ਢੱਕਣ ਤੇ ਪੂਰੀ ਜਾਂ ਅੰਸ਼ਕ ਪਾਬੰਦੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।